जेता समुंद सागर नीर भरिया, तेते अवगन हमारे। दया करहो किश मेहर उपावहो, डुबदे पत्थर तारे। दया करहो किश मेहर उपावहो, डुबदे पत्थर तारे। परम सत्कारयोग ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਵਿਚਾਰਿਆ ਸੀ। ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ ਅਤੇ ਇੱਕ ਜਰਨੈਲ ਜਹਾਨ ਖਾਨ, ਇਹਨਾਂ ਵੱਲੋਂ ਜਲੰਧਰ ਦੇ ਨੇੜੇ ਕਰਤਾਰਪੁਰ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਇਸ ਹਮਲੇ ਦੇ ਦੌਰਾਨ ਇਹਨਾਂ ਦੇ ਵੱਲੋਂ ਜੋ ਗੁਰਦੁਆਰਾ ਸਾਹਿਬ ਹੈ ਉਸ ਨੂੰ ਸਾੜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਜਾਂਦਾ ਹੈ। ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰ ਦਿੱਤਾ ਜਾਂਦਾ ਹੈ। ਦਰਬਾਰ ਸਾਹਿਬ ਦੀ ਇਮਾਰਤ ਦਾ ਨੁਕਸਾਨ ਕੀਤਾ ਜਾਂਦਾ ਹੈ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਇਹਨਾਂ ਘਟਨਾਵਾਂ ਦੇ ਬਾਰੇ ਪਤਾ ਚੱਲਦਾ ਹੈ, ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਤੋਂ ਦਰਬਾਰ ਸਾਹਿਬ ਨੂੰ ਤੁਰਦੇ ਹਨ। ਰਸਤੇ ਦੇ ਵਿੱਚ 7000 ਸਿੱਖ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਵਿੱਚ ਸ਼ਾਮਲ ਹੁੰਦਾ ਹੈ। ਗੋਹਲਵਾਲ ਦੇ ਅਸਥਾਨ 'ਤੇ ਜਹਾਨ ਖਾਨ ਦੇ ਨਾਲ ਜੰਗ ਹੁੰਦੀ ਹੈ। ਜਹਾਨ ਖਾਨ ਦੀ ਫੌਜ ਦੇ ਵਿੱਚ ਇੱਕ ਬਹੁਤ ਵਧੀਆ ਜਰਨੈਲ ਹੈ ਜਵਾਨ ਸ਼ਾਹ, ਉਸ ਦੇ ਨਾਲ ਬਾਬਾ ਦੀਪ ਸਿੰਘ ਜੀ ਦੀ ਜੰਗ ਹੁੰਦੀ ਹੈ। ਦੋਵਾਂ ਦੇ ਵੱਲੋਂ ਸਾਂਝਾ ਵਾਰ ਕੀਤਾ ਜਾਂਦਾ ਹੈ, ਦੋਵਾਂ ਦਾ ਹੀ ਨੁਕਸਾਨ ਹੁੰਦਾ ਹੈ। ਇਸ ਜੰਗ ਦੇ ਦੌਰਾਨ ਬਾਬਾ ਦੀਪ ਸਿੰਘ ਜੀ ਸਿੱਖਾਂ ਦੀ ਜਿੱਤ ਹੁੰਦੀ ਹੈ, ਜਹਾਨ ਖਾਨ ਹਾਰ ਜਾਂਦਾ ਹੈ ਤੇ ਦਰਬਾਰ ਸਾਹਿਬ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਸ਼ਹਾਦਤ ਪ੍ਰਾਪਤ ਕਰਦੇ ਹਨ। 1759 ਦੇ ਵਿੱਚ ਦਰਬਾਰ ਸਾਹਿਬ ਵਿਖੇ ਇੱਕ ਸਰਬੱਤ ਖਾਲਸਾ ਵੀ ਕੀਤਾ ਜਾਂਦਾ ਹੈ। ਉਸ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਜਾਂਦੇ ਹਨ ਜਿਨ੍ਹਾਂ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਸੀ। ਸੋ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਲੰਧਰ ਅਤੇ ਹੁਸ਼ਿਆਰਪੁਰ ਇਲਾਕਾ, ਇਸ ਇਲਾਕੇ ਦਾ ਇੱਕ ਬਹੁਤ ਹੀ ਵਧੀਆ ਜਰਨੈਲ ਜੋ ਹਥਿਆਰ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਹੈ, ਜੋ ਸ਼ਾਸਤਰ ਧਨੀ ਦਾ ਬਹੁਤ ਹੀ ਜ਼ਿਆਦਾ ਗਿਆਤਾ ਹੈ, ਵਿਸੰਬਰ ਦਾਸ, ਇਹ ਸਨਾਤਨ ਮਤ ਨੂੰ ਮੰਨਣ ਵਾਲਾ ਹੈ। ਅਤੇ ਇੱਕ ਇਸ ਦਾ ਸਾਥੀ ਹੈ ਭੂਪ ਚੰਦ, ਇਹ ਵੀ ਸਨਾਤਨ ਮਤ ਦੇ ਨਾਲ ਸੰਬੰਧ ਰੱਖਦਾ ਹੈ।
ਇਹਨਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਬਣਾਈ ਵੀ ਕਿਉਂ ਨਾ ਸਮੁੱਚੇ ਪੰਜਾਬ ਤੇ ਕਬਜ਼ਾ ਕੀਤਾ ਜਾਵੇ। ਇਹਨਾਂ ਦੇ ਕੋਲ ਬਹੁਤ ਵਧੀਆ ਫੌਜ ਸੀ, ਤਾਕਤ ਸੀ, ਤੇ ਜੇਕਰ ਪੰਜਾਬ ਦੇ ਵਿੱਚ ਉਸ ਸਮੇਂ ਹੋਰ ਕੋਈ ਬਰਾਬਰ ਦੀ ਤਾਕਤ ਹੈ, ਉਹ ਸਿੱਖ ਹਨ। ਸਿੱਖਾਂ ਦਾ ਬੋਲਬਾਲਾ ਹੋ ਰਿਹਾ ਪੰਜਾਬ ਦੇ ਵਿੱਚ। ਇਹਨਾਂ ਨੇ ਸੋਚਿਆ ਵੀ ਕਿਉਂ ਨਾ ਆਪਣਾ ਬੋਲਬਾਲਾ ਹੋਵੇ। ਇਹਨਾਂ ਨੇ ਇੱਕ ਵੰਗਾਰ ਕੇ, ਇੱਕ ਲਲਕਾਰ ਕੇ ਚੜਤ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਇਹਨਾਂ ਨੂੰ ਵੰਗਾਰਿਆ ਵੀ ਤੁਸੀਂ ਸਾਡੇ ਨਾਲ ਜੰਗ ਕਰੋ। ਆਖਰ ਇੱਕ ਜੰਗ ਹੁੰਦੀ ਹੈ 1759 ਦੇ ਵਿੱਚ। ਬਿਸੰਬਰ ਦਾਸ ਤੀਰ ਕਮਾਨ ਦੇ ਵਿੱਚ ਇੰਨਾ ਜ਼ਿਆਦਾ ਧਨੀ ਸੀ ਵੀ ਇਸ ਨੇ ਇੰਨੇ ਜ਼ਿਆਦਾ ਤੀਰ ਚਲਾਏ ਆਪਣੇ ਵੱਲੋਂ ਕਿ ਇੱਕ ਵਾਰੀ ਜੰਗ ਦੇ ਵਿੱਚ ਸਿੱਖਾਂ ਦੇ ਪੈਰ ਉਖਾੜ ਦਿੱਤੇ। ਲੇਕਿਨ ਜੋ ਜੱਸਾ ਸਿੰਘ ਆਹਲੂਵਾਲੀ ਹੈ, ਉਹ ਵੀ ਤੀਰ ਕਮਾਨ ਦਾ ਧਨੀ ਹੈ। ਉਸਨੇ ਵੀ ਆਪਣੇ ਵੱਲੋਂ ਤੀਰ ਚਲਾਏ, ਜਿਸ ਕਰਕੇ ਸਿੱਖਾਂ ਦਾ ਪੱਖ ਹੈ ਜੋ ਉਹ ਫੇਰ ਭਾਰੀ ਹੋ ਗਿਆ। ਆਖਰ ਜੱਸਾ ਸਿੰਘ ਆਹਲੂਵਾਲੀਏ ਦੇ ਹੱਥੋਂ ਇਹ ਬਿਸੰਬਰ ਦਾਸ ਮਾਰਿਆ ਗਿਆ। ਉਸ ਤੋਂ ਬਾਅਦ ਭੂਪ ਚੰਦ ਇਹ ਜੱਸਾ ਸਿੰਘ ਆਹਲੂਵਾਲੀਏ ਦੇ ਸਾਹਮਣੇ ਆਉਂਦਾ, ਜੰਗ ਕਰਦਾ। ਇਸ ਦੇ ਵੱਲੋਂ ਜੱਸਾ ਸਿੰਘ ਆਹਲੂਵਾਲੀਏ ਤੇ ਤਲਵਾਰ ਦੇ ਨਾਲ ਵਾਰ ਕੀਤਾ ਜਾਂਦਾ ਹੈ। ਉਹ ਤਲਵਾਰ ਦਾ ਵਾਰ ਘੋੜੇ ਤੇ ਲੱਗਦਾ, ਜਿਸ ਕਰਕੇ ਘੋੜਾ ਜ਼ਖਮੀ ਹੋ ਜਾਂਦਾ। ਜੱਸਾ ਸਿੰਘ ਆਹਲੂਵਾਲੀਆ ਬਹੁਤ ਹੀ ਜ਼ਿਆਦਾ ਫੁਰਤੀ ਦੇ ਨਾਲ ਘੋੜੇ ਤੋਂ ਹੇਠਾਂ ਉਤਰਦਾ ਅਤੇ ਭੂਪ ਚੰਦ ਦੇ ਉੱਪਰ ਵਾਰ ਕਰਦਾ ਬੜੀ ਤੇਜ਼ੀ ਦੇ ਨਾਲ। ਇਸ ਵਾਰ ਦੇ ਕਰਕੇ ਭੂਪ ਚੰਦ ਦੀ ਇੱਕ ਬਾਂਹ ਕੱਟੀ ਜਾਂਦੀ ਹੈ, ਉਸ ਦੇ ਪੇਟ ਦੇ ਵਿੱਚ ਬਹੁਤ ਵੱਡਾ ਜ਼ਖਮ ਹੋ ਜਾਂਦਾ ਹੈ ਤੇ ਇਸ ਜੰਗ ਦੇ ਵਿੱਚ ਭੂਪ ਚੰਦ ਵੀ ਮਾਰਿਆ ਜਾਂਦਾ ਹੈ। ਬਾਕੀ ਦੀ ਫੌਜ ਨੱਠ ਜਾਂਦੀ ਹੈ। ਜਦੋਂ ਮੁਖੀ ਮਾਰਿਆ ਗਿਆ, ਜਰਨੈਲ ਮਾਰੇ ਗਏ, ਬਾਕੀ ਦੀ ਫੌਜ ਦਾ ਹੌਸਲਾ ਨਹੀਂ ਪਿਆ ਕਿ ਉਹ ਸਿੱਖਾਂ ਦੇ ਨਾਲ ਜੰਗ ਕਰਨ। ਸਿੱਖ ਇਸ ਜੰਗ ਦੇ ਵਿੱਚ ਜਿੱਤ ਗਏ। ਇੱਥੇ ਇੱਕ ਬਹੁਤ ਹੀ ਬਾਕਮਾਲ ਦੀ ਘਟਨਾ ਘਟਦੀ ਹੈ। ਬਿਸੰਬਰ ਦਾਸ ਮਾਰਿਆ ਗਿਆ, ਭੂਪ ਚੰਦ ਵੀ ਮਾਰਿਆ ਗਿਆ। ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਦੀਆਂ ਲਾਸ਼ਾਂ ਪਈਆਂ। ਜੱਸਾ ਸਿੰਘ ਆਹਲੂਵਾਲੀਆ ਕੁਝ ਸਿੱਖਾਂ ਨੂੰ ਨੇੜੇ ਦੇ ਬਾਜ਼ਾਰ ਦੇ ਵਿੱਚ ਭੇਜ ਕੇ 2 ਦੁਸ਼ਾਲੇ ਮੰਗਾਉਂਦਾ। ਬਹੁਤ ਕੀਮਤੀ 2 ਦੁਸ਼ਾਲੇ ਮੰਗਵਾ ਕੇ ਇਹਨਾਂ ਦੀਆਂ ਲਾਸ਼ਾਂ ਦੇ ਉੱਪਰ ਪਾਏ ਜਾਂਦੇ ਹੈ ਤੇ ਇਸ ਤਰ੍ਹਾਂ ਦੇ ਜੋ ਵਚਨ ਹਨ ਉਹ ਕਹੇ ਜਾਂਦੇ ਆ ਵੀ ਅਸੀਂ ਤੁਹਾਡਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ, ਤੁਸੀਂ ਸ਼ਸਤਰ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਧਨੀ ਸੀ, ਜੋ ਤੁਹਾਡੇ ਕੋਲ ਸ਼ਸਤਰ ਵਿੱਦਿਆ ਸੀ ਅਸੀਂ ਉਸ ਦੀ ਕਦਰ ਕਰਦੇ ਹਾਂ ਕਿ ਤੁਸੀਂ ਬਹੁਤ ਹੀ ਵੱਡੇ ਯੋਧੇ ਸੀ। ਇਸ ਤਰੀਕੇ ਦੇ ਨਾਲ ਦੁਸ਼ਾਲੇ ਪਾ ਕੇ ਵਧੀਆ ਸਤਿਕਾਰ ਦੇ ਨਾਲ ਜੋ ਮਰਿਆਦਾ ਹੈ ਉਸ ਤਰੀਕੇ ਦੇ ਨਾਲ ਇਹਨਾਂ ਦਾ ਸੰਸਕਾਰ ਕੀਤਾ ਜਾਂਦਾ ਸਿੱਖਾਂ ਦੇ ਵੱਲੋਂ। ਸਿੱਖ ਕੇਵਲ ਬਾਣੀ ਦੇ ਵਿੱਚ ਪੜ੍ਹਦਾ ਹੀ ਨਹੀਂ, ਨਿਰਵੈਰ ਅਸਲ ਦੇ ਵਿੱਚ ਸਿੱਖ ਦੇ ਜੀਵਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਗੁਣ ਸਨ। ਕਿਸੇ ਸਮੇਂ ਭਾਈ ਕਨ੍ਹਈਆ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾਇਆ। ਅੱਜ ਉਸੇ ਇਤਿਹਾਸ ਨੂੰ ਸਿੱਖ ਦੁਹਰਾ ਰਹੇ ਹੈ ਜਿਸ ਦੇ ਨਾਲ ਜੰਗ ਕੀਤੀ ਹੈ। ਜਦੋਂ ਉਹ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ, ਉਹਦੇ ਨਾਲ ਕੋਈ ਵੈਰ ਨਹੀਂ ਹੈ, ਕੋਈ ਈਰਖਾ ਨਹੀਂ, ਤੇ ਨਹੀਂ ਤਾਂ ਮਨੁੱਖ ਦਾ ਇਹ ਖਿਆਲ ਹੁੰਦਾ ਵੀ ਦੁਸ਼ਮਣ ਨੂੰ ਉੱਥੇ ਮਾਰਿਆ ਜਾਵੇ ਜਿੱਥੇ ਪਾਣੀ ਵੀ ਨਾ ਮਿਲੇ। ਪਰ ਇੱਥੇ ਕੋਈ ਅੰਦਰ ਈਰਖਾ ਨਹੀਂ, ਕੋਈ ਵੈਰ ਨਹੀਂ, ਕਿਉਂਕਿ ਸਿੱਖ ਬਾਣੀ ਦੇ ਵਿੱਚੋਂ ਇਹ ਸ਼ਬਦ ਪੜ੍ਹਦੇ ਹਨ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਵਿਸਰ ਗਈ ਸਭ ਤਾਤ ਪਰਾਈ
ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਸਿੱਖਾਂ ਨੇ ਇਤਿਹਾਸ ਨੂੰ ਦੁਹਰਾਇਆ, ਕੀਮਤੀ ਦੁਸ਼ਾਲੇ ਪਾਏ ਗਏ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਸੰਸਕਾਰ ਕੀਤਾ ਗਿਆ। ਇਹ ਘਟਨਾ 1759 ਈਸਵੀ ਦੀ ਹੈ। ਦੂਸਰੇ ਪਾਸੇ ਜੋ ਅਹਿਮਦ ਸ਼ਾਹ ਅਬਦਾਲੀ ਹੈ, ਉਹ ਵੀ ਆਪਣੇ ਵੱਲੋਂ ਤਿਆਰੀ ਕਰਕੇ 1760 ਈਸਵੀ ਦੇ ਵਿੱਚ ਹਿੰਦੁਸਤਾਨ ਤੇ ਹਮਲਾ ਕਰਦਾ। ਇਸ ਵਾਰੀ ਉਹਦਾ ਹਿੰਦੁਸਤਾਨ ਤੇ ਹਮਲਾ ਕਰਨ ਦਾ ਮਕਸਦ ਕੀ ਹੈ? ਰਾਜਪੂਤ ਜੋ ਇੱਕ ਬਹੁਤ ਵੱਡੀ ਤਾਕਤ ਹਨ, ਇਸ ਤਾਕਤ ਨੂੰ ਖਤਮ ਕਰਨਾ। ਆਪਾਂ ਕੱਲ ਵਿਚਾਰਿਆ ਸੀ ਲਾਹੌਰ ਦੇ ਉੱਪਰ ਸਿੱਖ, ਰਾਜਪੂਤ ਅਤੇ ਅਦੀਨਾ ਬੇਗ ਦੀ ਫੌਜ, ਇਹ ਤਿੰਨੇ ਫੌਜਾਂ ਰਲ ਕੇ ਹਮਲਾ ਕਰਦੀਆਂ ਤੇ ਜਹਾਨ ਖਾਨ ਰਾਤੋਂ ਰਾਤ ਦੌੜ ਜਾਂਦਾ ਅਫਗਾਨਿਸਤਾਨ ਦੇ ਵਿੱਚ। ਤੇ ਉਹ ਅਫਗਾਨਿਸਤਾਨ ਦੇ ਵਿੱਚ ਜਾ ਕੇ ਦੱਸਦਾ ਕਿ ਪਹਿਲਾਂ ਤਾਂ ਕੇਵਲ ਸਿੱਖ ਹੀ ਆਪਣੇ ਰਸਤੇ ਦੇ ਵਿੱਚ ਰੋੜਾ ਬਣਦੇ ਸਨ, ਪਰ ਹੁਣ ਰਾਜਪੂਤ ਵੀ ਉਹਨਾਂ ਦੇ ਨਾਲ ਆ ਮਿਲੇ ਹਨ। ਰਾਜਪੂਤਾਂ ਦੀ ਫੌਜ ਵੀ ਸੀ। ਹੁਣ ਅਹਿਮਦ ਸ਼ਾਹ ਨੇ ਸੋਚਿਆ ਵੀ ਦੋ ਹੀ ਤਾਕਤਾਂ ਹਨ ਹਿੰਦੁਸਤਾਨ ਦੇ ਵਿੱਚ, ਇੱਕ ਸਿੱਖ ਤੇ ਇੱਕ ਰਾਜਪੂਤ। ਜੇਕਰ ਮੈਂ ਉੱਥੇ ਆਪਣਾ ਦਬਦਬਾ ਬਣਾ ਕੇ ਰੱਖਣਾ ਚਾਹੁੰਦਾ ਤੇ ਇਹ ਤਾਕਤਾਂ ਨੂੰ ਖਤਮ ਕਰਨਾ ਪਵੇਗਾ। ਤੇ ਇਸ ਵਾਰੀ ਉਹਦਾ ਟਾਰਗੇਟ ਹੈ ਰਾਜਪੂਤਾਂ ਨੂੰ ਖਤਮ ਕਰਨਾ, ਇਸ ਤਾਕਤ ਨੂੰ। ਤੇ ਉਹ 1760 ਈਸਵੀ ਦੇ ਵਿੱਚ ਹਮਲਾ ਕਰਦਾ ਕਰਨਾਲ ਦੇ ਨੇੜੇ ਕੁੰਜਪੁਰਾ। ਆਪਾਂ ਪਹਿਲਾਂ ਵੀ ਵਿਚਾਰ ਆਏ ਆ, ਇੱਥੋਂ ਦਾ ਵਜੀਦ ਖਾਨ ਰਹਿਣ ਵਾਲਾ ਸੀ, ਜੋ ਸਰਹਿੰਦ ਦਾ ਸੂਬੇਦਾਰ ਸੀ। ਇਸ ਕੁੰਜਪੁਰੇ ਦੇ ਅਸਥਾਨ ਤੇ, ਜਾਂ ਆਪਾਂ ਇਹ ਤਾਂ ਸਾਨੂੰ ਯਾਦ ਹੈ ਪਾਣੀਪਤ, ਇਸ ਜਗ੍ਹਾ ਤੇ ਅਹਿਮਦ ਸ਼ਾਹ ਅਬਦਾਲੀ ਆਪਣੀ ਫੌਜ ਨੂੰ ਲੈ ਕੇ ਪਹੁੰਚਦਾ। ਇਹਨੂੰ ਪਾਣੀਪਤ ਦੀ ਲੜਾਈ ਵੀ ਕਿਹਾ ਜਾਂਦਾ ਤੇ ਇਹ ਇੱਕ ਇੰਨੀ ਵੱਡੀ ਜ਼ਿਆਦਾ ਇਤਿਹਾਸਕ ਲੜਾਈ ਸੀ। ਇਸ ਨੂੰ ਸਿਲੇਬਸ ਦੇ ਵਿੱਚ ਵੀ ਪੜ੍ਹਾਇਆ ਜਾਂਦਾ, ਜੋ ਸੰਸਾਰ ਦੀਆਂ ਵੱਡੀਆਂ ਜੰਗਾਂ ਹੋਈਆਂ ਹਨ ਉਹਨਾਂ ਜੰਗਾਂ ਦੇ ਵਿੱਚ ਵੀ ਇਸ ਦਾ ਨਾਮ ਸ਼ਾਮਲ ਹੈ। 24 ਅਕਤੂਬਰ 1760 ਈਸਵੀ ਦੇ ਵਿੱਚ ਪਾਣੀਪਤ ਦੇ ਮੈਦਾਨ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਪਹੁੰਚ ਜਾਂਦੀ ਹੈ ਤੇ ਇੱਥੇ ਹੀ ਜੋ ਰਾਜਪੂਤਾਂ ਦੀ ਫੌਜ ਹੈ ਉਹ ਵੀ ਪਹੁੰਚ ਜਾਂਦੇ ਹੈ। ਉਸ ਸਮੇਂ ਰਾਜਪੂਤਾਂ ਦੀ ਜੋ ਫੌਜ ਹੈ, ਜੋ ਰਾਜਪੂਤ ਨੇ, ਉਹਨਾਂ ਦੀ ਗਿਣਤੀ 2 ਲੱਖ ਹੈ। ਉਸ ਸਮੇਂ ਦੀ ਬਹੁਤ ਵੱਡੀ ਗਿਣਤੀ ਹੈ 2 ਲੱਖ ਫੌਜ ਦਾ ਬੰਦਾ ਹੋਣਾ। ਦੂਸਰੇ ਪਾਸੇ ਸਾਹਮਣੇ ਜੋ ਅਹਿਮਦ ਸ਼ਾਹ ਅਬਦਾਲੀ ਬੈਠਾ, ਦੋਵੇਂ ਫੌਜਾਂ ਆਮੋ ਸਾਹਮਣੇ ਨੇ। 24 ਅਕਤੂਬਰ 1760 ਈਸਵੀ ਦੀਆਂ ਇਹ ਦੋਵੇਂ ਫੌਜਾਂ ਆਮੋ ਸਾਹਮਣੇ ਬੈਠੀਆਂ ਨੇ, ਜੰਗ ਆਰੰਭ ਨਹੀਂ ਕੀਤੀ। 14 ਜਨਵਰੀ 1761 ਈਸਵੀ ਦਾ ਸਮਾਂ ਆ ਗਿਆ। ਅਕਤੂਬਰ ਮਹੀਨੇ ਦੀਆਂ ਫੌਜਾਂ ਆਮੋ ਸਾਹਮਣੇ ਹੋਈਆਂ ਤੇ ਜਨਵਰੀ 1761 ਆ ਗਿਆ। ਇੰਨਾ ਲੰਬਾ ਸਮਾਂ ਦੋਵੇਂ ਫੌਜਾਂ ਆਮੋ ਸਾਹਮਣੇ ਬੈਠੀਆਂ ਰਹੀਆਂ, ਕੋਈ ਜੰਗ ਨਹੀਂ ਹੋਈ, ਸਿਰਫ ਇੱਕ ਦੂਸਰੇ ਨੂੰ ਸਮਝ ਰਹੇ ਹੈ, ਇੱਕ ਦੂਸਰੇ ਦੀ ਤਾਕਤ ਨੂੰ ਵਾਚ ਰਹੇ ਨੇ ਕਿ ਕਿਹੜੇ ਤਰੀਕੇ ਨਾਲ ਹਮਲਾ ਕੀਤਾ ਜਾਵੇ, ਕੀ ਢੰਗ ਤਰੀਕਾ ਅਪਣਾਇਆ ਜਾਵੇ ਜਿਸ ਕਰਕੇ ਅਸੀਂ ਜਿੱਤ ਜਾਈਏ। ਦੋਵੇਂ ਫੌਜਾਂ ਵੱਲੋਂ ਹੀ ਇਹ ਆਪਣੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਹੈ। ਤੇ ਦੂਸਰਾ ਅਹਿਮਦ ਸ਼ਾਹ ਅਬਦਾਲੀ ਇਹ ਵੀ ਸੋਚ ਰਹੇ ਆ ਵੀ ਮੇਰੀ ਫੌਜ ਸਫ਼ਰ ਕਰਕੇ ਆਈ ਹੈ,
ਤੇ ਇਹਨਾਂ ਨੂੰ ਆਰਾਮ ਦੀ ਜ਼ਰੂਰਤ ਹੈ। ਜੇਕਰ ਆਉਣ ਸਾਰ ਜੰਗ ਆਰੰਭ ਕਰਦੇ ਹਾਂ ਰਾਜਪੂਤਾਂ ਦੇ ਨਾਲ, ਫੌਜ ਤੋਂ ਨਹੀਂ ਲੜਿਆ ਜਾਣਾ, ਥੱਕੇ ਟੁੱਟੇ ਹੋਏ ਆ, ਉਹਦੀ ਫੌਜ ਨੂੰ ਆਰਾਮ ਚਾਹੀਦਾ ਵੀ ਜੇ ਆਰਾਮ ਕਰਨਗੇ ਕੁਝ ਸਮਾਂ ਫੇਰ ਹੀ ਦੁਸ਼ਮਣ ਦੇ ਨਾਲ ਲੜ ਸਕਣਗੇ। ਨਹੀਂ, ਜਿਹੜੀ ਫੌਜ ਅਫਗਾਨਿਸਤਾਨ ਤੋਂ ਤੁਰ ਕੇ ਆਈ ਹੈ, ਕਿੰਨੇ ਹੀ ਲੰਬੇ ਸਮੇਂ ਦੇ ਵਿੱਚ ਉਹਨੇ ਆਰਾਮ ਵੀ ਤਾਂ ਕਰਨਾ ਹੈ ਨਾ। ਹੁਣ ਇਸ ਕਰਕੇ ਸਮਾਂ ਆ ਗਿਆ 14 ਜਨਵਰੀ 1761 ਈਸਵੀ। ਇਸ ਦਿਨ ਜੰਗ ਆਰੰਭ ਹੁੰਦੀ ਹੈ ਤੇ ਇਹ ਇੰਨੀ ਜੰਗ ਭਿਆਨਕ ਸੀ ਕਿ ਇੱਥੇ ਰਾਜਪੂਤਾਂ ਦਾ ਬਹੁਤ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ। ਫੌਜ ਦਾ ਬਹੁਤ ਵੱਡੀ ਪੱਧਰ ਤੇ ਫੌਜ ਹੈ ਜੋ ਰਾਜਪੂਤਾਂ ਦੀ, ਉਹ ਖਤਮ ਕਰ ਦਿੱਤੀ। ਅਹਿਮਦ ਸ਼ਾਹ ਅਬਦਾਲੀ ਇਸ ਜੰਗ ਦੇ ਵਿੱਚ ਜਿੱਤ ਗਿਆ। ਉਹ ਬਹੁਤ ਵੱਡੀ ਤਾਕਤ ਲੈ ਕੇ ਆਇਆ ਸੀ। ਉਹਦਾ ਮਕਸਦ ਹੀ ਇਹ ਸੀ ਕਿ ਮੈਂ ਰਾਜਪੂਤ ਖਤਮ ਕਰਨੇ ਆ, ਕਿਉਂਕਿ ਇਹ ਸਿੱਖਾਂ ਦੇ ਨਾਲ ਰਲ ਕੇ ਮੇਰੇ ਲਈ ਮੁਸੀਬਤ ਬਣ ਰਹੇ ਨੇ। ਉਹਨੇ ਇਸ ਵਾਰ ਸਿੱਖਾਂ ਦੇ ਨਾਲ ਕੋਈ ਜੰਗ ਨਹੀਂ ਕੀਤੀ, ਉਹਦਾ ਕੋਈ ਮਕਸਦ ਨਹੀਂ। ਉਹਨੇ ਸਿਆਣਪ ਵਰਤੀ ਵੀ ਸਿੱਖਾਂ ਨਾਲ ਨਹੀਂ ਜੰਗ ਕਰਨੀ, ਰਾਜਪੂਤਾਂ ਨਾਲ। ਤੇ ਰਾਜਪੂਤ ਇਸ ਜੰਗ ਦੇ ਵਿੱਚ ਬੁਰੀ ਤਰ੍ਹਾਂ ਹਾਰ ਗਏ ਤੇ ਅਹਿਮਦ ਸ਼ਾਹ ਅਬਦਾਲੀ ਜਾਂਦਾ ਹੋਇਆ ਇਹ ਕਹਿ ਕੇ ਗਿਆ ਸੀ ਕਿ ਮੈਂ ਰਾਜਪੂਤਾਂ ਦਾ ਇੰਨਾ ਕੁ ਨੁਕਸਾਨ ਕਰ ਦਿੱਤਾ ਹੈ, ਇਹ ਰਾਜਪੂਤ ਮੇਰੇ ਪੋਤਰਿਆਂ ਤੱਕ ਜਾ ਕੇ ਕਿਤੇ ਬਰਾਬਰ ਦੇ ਮੁਕਾਬਲੇ ਵਿੱਚ ਖੜੇ ਹੋਣਗੇ। ਨਹੀਂ, ਇਹ ਇੰਨੇ ਖਤਮ ਕਰ ਦਿੱਤੇ ਆ, ਇਹ ਕਦੇ ਵੀ ਸਾਡੇ ਨਾਲ ਜੰਗ ਨਹੀਂ ਕਰਨਗੇ। ਜੇ ਜੰਗ ਕਰਨਗੇ ਵੀ ਉਦੋਂ ਤੱਕ 2-3 ਪੀੜ੍ਹੀਆਂ ਬਦਲ ਜਾਣਗੀਆਂ, ਜਦੋਂ ਤੱਕ ਇਹ ਆਪਣੇ ਪੈਰਾਂ ਤੇ ਦੁਬਾਰੇ ਖੜੇ ਹੋਣਗੇ। ਇੰਨਾ ਜ਼ਿਆਦਾ ਨੁਕਸਾਨ ਕਰਕੇ ਇਹ ਵਾਪਸ ਮੁੜ ਰਿਹਾ। ਇਹਨੇ ਫੇਰ ਲੁੱਟਿਆ ਇੱਥੋਂ ਧਨ ਦੌਲਤ ਤੇ 2200 ਲੜਕੀਆਂ ਜੋ ਸਨਾਤਨ ਮੱਤ ਦੇ ਨਾਲ ਸੰਬੰਧ ਰੱਖਦੀਆਂ ਸਨ, ਹਿੰਦੂ ਲੜਕੀਆਂ ਸਨ, ਉਹ ਗੁਲਾਮ ਬਣਾ ਲਈਆਂ ਗਈਆਂ। ਇਹ ਵਾਪਸ ਮੁੜ ਰਹੇ ਹੈ। ਕੁਝ ਸਿਆਣੇ ਲੋਕ ਜੋ ਸਨਾਤਨ ਮੱਤ ਦੇ ਨਾਲ ਸੰਬੰਧ ਰੱਖਦੇ ਹੈ, ਉਹ ਦਰਬਾਰ ਸਾਹਿਬ ਗਏ ਅੰਮ੍ਰਿਤਸਰ ਅਕਾਲ ਤਖਤ ਤੇ ਉੱਥੇ ਜੱਸਾ ਸਿੰਘ ਆਹਲੂਵਾਲੀਆ ਦੇ ਕੋਲ ਜਾ ਕੇ ਫਰਿਆਦ ਕੀਤੀ, ਬੇਨਤੀ ਕੀਤੀ, ਅਹਿਮਦ ਸ਼ਾਹ ਅਬਦਾਲੀ ਸਾਡੀਆਂ ਲੜਕੀਆਂ ਨੂੰ ਗੁਲਾਮ ਬਣਾ ਕੇ ਲਿਜਾ ਰਹੇ ਹੈ ਤੇ ਆਖਰ ਤੁਸੀਂ ਹੀ ਹੋ ਜੋ ਉਹਨਾਂ ਗੁਲਾਮ ਲੜਕੀਆਂ ਨੂੰ ਆਜ਼ਾਦ ਕਰਵਾ ਸਕਦੇ ਹੋ, ਵਾਪਸ ਮੋੜ ਕੇ ਲਿਆ ਸਕਦੇ ਹੋ, ਤੁਸੀਂ ਸਾਡੀ ਮਦਦ ਕਰੋ, ਹੈਲਪ ਕਰੋ। ਜੱਸਾ ਸਿੰਘ ਆਹਲੂਵਾਲੀਆ ਇਸ ਬੇਨਤੀ ਨੂੰ ਸੁਣਦੇ ਹਨ ਚੰਗੀ ਤਰ੍ਹਾਂ ਤੇ ਗੁਰਬਾਣੀ ਦਾ ਵੀ ਸਿਧਾਂਤ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਹਰ ਬਿਰਧ ਸੁਆਮੀ ਸੰਦਾ। ਜਦੋਂ ਕੋਈ ਲੋੜਵੰਦ ਗੁਰੂ ਦੇ ਦਰ ਤੇ ਆ ਹੀ ਗਿਆ ਹੈ ਤੇ ਉਸ ਨੂੰ ਇੱਥੇ ਸਤਿਕਾਰ ਦਿੱਤਾ ਜਾਂਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ ਹਰ ਬਿਰਧ ਸੁਆਮੀ ਸੰਦਾ। ਤੇ ਉਸ ਸਮੇਂ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਤੇ ਹੋਰ ਜੋ ਸਿੱਖ ਜਥੇਦਾਰ ਹਨ, ਆਪਣੀ ਫੌਜ ਨੂੰ ਨਾਲ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੇ ਜਾਂਦੇ ਹੋਏ ਤੇ ਹਮਲਾ ਕਰਦੇ ਹਨ ਤੇ ਜੋ ਲੜਕੀਆਂ ਹਨ ਉਹਨਾਂ ਨੂੰ ਛਡਵਾ ਲਿਆ ਜਾਂਦਾ ਹੈ। ਜਦੋਂ ਉਹਨਾਂ ਲੜਕੀਆਂ ਨੂੰ ਛਡਵਾਇਆ ਜਾਂਦਾ ਹੈ ਤੇ ਉਸ ਸਮੇਂ ਜਹਾਨ ਖਾਨ ਨਾਲ ਹੈ ਅਹਿਮਦ ਸ਼ਾਹ ਅਬਦਾਲੀ ਦੇ। ਜਹਾਨ ਖਾਨ ਸਿੱਖਾਂ ਦਾ ਪਿੱਛਾ ਕਰਦਾ ਜਦੋਂ ਉਹ ਲੜਕੀਆਂ ਛਡਵਾ ਕੇ ਜਾ ਰਹੇ ਹੈ। ਅਹਿਮਦ ਸ਼ਾਹ ਅਬਦਾਲੀ ਕਹਿੰਦਾ ਵੀ ਇਹਨਾਂ ਦਾ ਪਿੱਛਾ ਨਾ ਕਰ, ਵਾਪਸ ਮੁੜਿਆ, ਇਹਨਾਂ ਦੇ ਮੰਗਰ ਨਾ ਜਾ। ਜਹਾਨ ਖਾਨ ਨੂੰ ਇਹ ਭੁਲੇਖਾ ਹੁੰਦਾ ਵੀ ਸਿੱਖ ਬਹੁਤ ਥੋੜ੍ਹੀ ਗਿਣਤੀ ਵਿੱਚ ਹਨ, ਅਸੀਂ ਜ਼ਿਆਦਾ ਗਿਣਤੀ ਵਿੱਚ ਹਾਂ, ਅਸੀਂ ਇਹਨਾਂ ਨੂੰ ਇੱਥੇ ਖਤਮ ਕਰ ਸਕਦੇ ਹਾਂ। ਉਹਦੇ ਵੱਲੋਂ ਸਿੱਖਾਂ ਦਾ ਪਿੱਛਾ ਕੀਤਾ ਜਾਂਦਾ। ਲੇਕਿਨ ਸਿੱਖ ਹੈ ਜਿਹੜੇ ਉਹ ਜੰਗ ਦੇ ਵਿੱਚ ਇੱਕ ਤਰੀਕਾ ਅਪਣਾਇਆ ਕਰਦੇ ਸਨ ਵੀ ਇੱਕੇ ਟਾਈਮ ਦੁਸ਼ਮਣ ਤੇ ਹਮਲਾ ਕਰੋ ਬਹੁਤ ਜ਼ਿਆਦਾ ਛੇਤੀ
ਤੇ ਛੇਤੀ ਦੇਣੇ ਹੀ ਵਾਪਸ ਹੋਵੋ, ਦੌੜ ਜਾਵੋ। ਇੱਕ ਤਾਂ ਜੇਕਰ ਵਾਪਸ ਹੋਵਾਂਗੇ ਆਪਣਾ ਬਚਾਅ ਹੋਵੇਗਾ, ਤੇ ਦੂਸਰਾ ਦੁਸ਼ਮਣ ਨੂੰ ਇਹ ਵੀ ਭੁਲੇਖਾ ਪਵੇਗਾ ਵੀ ਸਿੱਖ ਹੋ ਸਕਦਾ ਡਰਦੇ ਹੋਏ ਵਾਪਸ ਮੁੜੇ ਹੈ, ਤੇ ਦੁਸ਼ਮਣ ਦਾ ਹੌਸਲਾ ਪਵੇਗਾ ਵੀ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਖਤਮ ਕਰੀਏ। ਜਦੋਂ ਦੁਸ਼ਮਣ ਪਿੱਛਾ ਕਰੇਗਾ ਤੇ ਇੱਕੇ ਲਖਤ ਫੇਰ ਇੱਕੇ ਟਾਈਮ ਵਾਪਸ ਮੁੜ ਕੇ ਫੇਰ ਦੁਬਾਰੇ ਹਮਲਾ ਕਰੋ, ਉਹਨੂੰ ਘੇਰ ਕੇ ਨਖੇੜ ਕੇ ਫੌਜ ਦੇ ਨਾਲੋਂ ਵੱਖਰਾ, ਕਿਉਂਕਿ ਸਾਰੀ ਫੌਜ ਤਾਂ ਨਹੀਂ ਮਗਰ ਦੌੜੇਗੀ। ਕੁਝ ਕੁ ਹੀ ਹੁੰਦੇ ਆ ਜਿਹੜੇ ਜਰਨੈਲ ਉਹ ਪਿੱਛਾ ਕਰਦੇ ਹੈਗੇ ਜਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਹਮਲਾ ਕਰਨ ਦੀ। ਹੁਣ ਜਹਾਨ ਖਾਨ ਨੇ ਵੀ ਕੁਝ ਇਸੇ ਤਰ੍ਹਾਂ ਹੀ ਤਰੀਕਾ ਅਪਣਾਇਆ ਵੀ ਮੈਂ ਸਿੱਖਾਂ ਦਾ ਪਿੱਛਾ ਕਰਾਂ, ਇਹਨਾਂ ਦਾ ਨੁਕਸਾਨ ਕਰਾਂ, ਇਹਨਾਂ ਨੂੰ ਖਤਮ ਕਰਾਂ। ਇਹ ਥੋੜ੍ਹੇ ਆ ਗਿਣਤੀ ਵਿੱਚ, ਆਪਾਂ ਜ਼ਿਆਦਾ। ਅਹਿਮਦ ਸ਼ਾਹ ਅਬਦਾਲੀ ਇਸ ਨੂੰ ਰੋਕਦਾ ਵੀ ਨਾ ਹਮਲਾ ਕਰ, ਪਰ ਇਹ ਨਹੀਂ ਰੁਕਿਆ। ਜਦੋਂ ਬਾਕੀ ਦੀ ਫੌਜ ਦੇ ਨਾਲੋਂ ਜੋ ਜਹਾਨ ਖਾਨ ਦੇ ਨਾਲ ਥੋੜ੍ਹੀ ਬਹੁਤੀ ਫੌਜ ਹੈ ਉਹ ਦੂਰੀ ਬਣਾ ਲਈ, ਵੱਖਰੀ ਹੋ ਗਈ, ਤੇ ਜੋ ਸਿੱਖ ਹਨ ਜੱਸਾ ਸਿੰਘ ਆਹਲੂਵਾਲੀਆ ਅਤੇ ਇੱਕ ਜੈ ਸਿੰਘ, ਇਹ ਵੀ ਇੱਕ ਮਿਸਲ ਦਾ ਮੁਖੀ ਹੈ, ਇਹਨਾਂ ਨੇ ਇੱਕ ਆਪਣਾ ਵੱਖਰਾ ਜਥਾ ਕਰ ਲਿਆ ਉਸੇ ਜੰਗ ਦੇ ਦੌਰਾਨ। ਇੱਕ ਪਾਸੇ ਚੜਤ ਸਿੰਘ, ਗੁੱਜਰ ਸਿੰਘ, ਨਿਧਾਨ ਸਿੰਘ, ਇਹ ਵੱਖਰੇ ਹੋ ਗਏ। ਹੁਣ ਜਹਾਨ ਖਾਨ ਕਿਹੜੀ ਫੌਜ ਦੇ ਮਗਰ ਜਾਵੇ? ਜੱਸਾ ਸਿੰਘ ਆਹਲੂਵਾਲੀਏ ਦਾ ਪਿੱਛਾ ਕਰੇ, ਜਾਂ ਜੋ ਚੜਤ ਸਿੰਘ ਵਰਗੇ, ਗੁੱਜਰ ਸਿੰਘ ਵਰਗੇ ਵੱਖਰੇ ਹੋ ਗਏ ਹੈ, ਦੋ ਹਿੱਸਿਆਂ ਦੇ ਵਿੱਚ ਵੰਡੇ ਗਏ, ਉਹਨਾਂ ਦਾ ਪਿੱਛਾ ਕਰੇ? ਆਖਰ ਜੇ ਤਾਂ ਜਹਾਨ ਖਾਨ ਜੱਸਾ ਸਿੰਘ ਆਹਲੂਵਾਲੀਏ ਦਾ ਪਿੱਛਾ ਕਰਦਾ ਤਾਂ ਦੂਸਰਾ ਜਿਹੜਾ ਜਥਾ ਹੈਗਾ ਉਹ ਜਹਾਨ ਖਾਨ ਤੇ ਹਮਲਾ ਕਰਦਾ, ਮਗਰ ਦੀ ਉਹਦੀ ਫੌਜ ਦਾ ਨੁਕਸਾਨ ਕਰਦਾ। ਜੇ ਜਹਾਨ ਖਾਨ ਚੜਤ ਸਿੰਘ ਵਾਲੇ ਪਾਸੇ ਜਾਂਦਾ ਤੇ ਜੱਸਾ ਸਿੰਘ ਆਹਲੂਵਾਲੀਏ ਦੀ ਜੋ ਫੌਜ ਹੈ, ਜਥਾ ਹੈ, ਉਹ ਨੁਕਸਾਨ ਕਰਦਾ। ਇਸ ਤਰ੍ਹਾਂ ਜਹਾਨ ਖਾਨ ਦਾ ਬਹੁਤੀ ਨੁਕਸਾਨ ਹੋਇਆ, ਬਹੁਤ ਜ਼ਿਆਦਾ ਬੰਦੇ ਮਰਵਾਏ ਇਸ ਹਮਲੇ ਦੇ ਵਿੱਚ। ਆਖਰ ਨਿੰਮੋਂ ਝੋਣਾ ਜਾ ਹੋ ਕੇ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਵਾਪਸ ਮੁੜ ਗਿਆ ਤੇ ਮਾਫੀ ਮੰਗੀ ਵੀ ਮੈਨੂੰ ਨਹੀਂ ਸੀ ਉਹਨਾਂ ਦਾ ਪਿੱਛਾ ਕਰਨਾ ਚਾਹੀਦਾ, ਨਹੀਂ ਸੀ ਮਗਰ ਫੌਜ ਲੈ ਕੇ ਜਾਣੀ ਚਾਹੀਦੀ। ਸਿੱਖਾਂ ਨੇ ਬਹੁਤ ਵਧੀਆ ਯੁੱਧ ਨੀਤੀ ਦੇ ਨਾਲ ਜੰਗਾਂ ਕੀਤੀਆਂ ਨੇ। ਇੱਕ ਸਿੱਖਾਂ ਦਾ ਇਹ ਸੁਭਾਅ ਸੀ, ਜੋ ਹਮਲਾ ਕਰਨ ਦਾ ਸਮਾਂ ਸੀ ਉਹ ਜਾਂ ਤਾਂ ਜਦੋਂ ਦੁਸ਼ਮਣ ਦੀ ਫੌਜ ਤੰਬੂ ਲਾ ਰਹੀ ਹੈ ਤੇ ਜਾਂ ਸਵੇਰੇ ਜਦੋਂ ਤੰਬੂ ਪੁੱਟ ਰਹੀ ਹੈ, ਕਿਉਂਕਿ ਉਦੋਂ ਫੌਜ ਉਲਝੀ ਹੁੰਦੀ ਹੈ ਆਪਣੇ ਕੰਮਾਂ ਦੇ ਵਿੱਚ, ਉਦੋਂ ਹਮਲਾ ਕਰਨਾ, ਤੇ ਜਾਂ 12 ਵਜੇ ਹਮਲਾ ਕਰਨਾ। ਬਿਲਕੁਲ ਜਦੋਂ ਰਾਤ ਦਾ ਸਮਾਂ, ਜਦੋਂ ਦੁਸ਼ਮਣ ਦੀ ਫੌਜ ਸੁੱਤੀ ਹੋਈ ਆ, ਉਦੋਂ ਇੱਕੇ ਟਾਈਮ ਹਮਲਾ ਕਰਨਾ ਬਹੁਤ ਜਲਦੀ ਦੇ ਨਾਲ। ਜਿਹੜੇ ਉਹ ਸਿੱਖਾਂ ਦੇ 12 ਵੱਜ ਗਏ, ਉਹ ਵੀ ਆਪਾਂ ਵਿਚਾਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਵੇਂ 12 ਵੱਜਦੇ ਸੀ। ਤੇ ਜਿਹੜੇ ਲੋਕ ਇਹ ਮਜ਼ਾਕ ਕਰਦੇ ਆ ਵੀ ਸਿੱਖਾਂ ਦੇ 12 ਵੱਜ ਗਏ, ਉਹਨਾਂ ਦੀਆਂ ਹੀ ਲੜਕੀਆਂ ਛਡਵਾ ਲਿਆਂਦੀਆਂ ਨੇ। ਅੱਜ ਤਾਂ ਇਸ ਨੂੰ ਮਜ਼ਾਕ ਦੇ ਵਿੱਚ ਲੈ ਲਿਆ ਜਾਂਦਾ। ਸੋ ਖੈਰ, ਇਹ 2200 ਲੜਕੀਆਂ ਛਡਵਾ ਕੇ ਲਿਆਂਦੀਆਂ ਗਈਆਂ। ਇਹਨਾਂ ਦੇ ਵਿੱਚੋਂ ਇੱਕ ਵੀ ਲੜਕੀ ਸਿੱਖਾਂ ਦੀ ਨਹੀਂ, ਸਾਰੀਆਂ ਹੀ ਸਨਾਤਨ ਮਤ ਦੇ ਨਾਲ ਸੰਬੰਧ ਰੱਖਦੀਆਂ। ਤੇ ਉਸ ਸਮੇਂ ਸਿੱਖਾਂ ਵੱਲੋਂ ਤੇ ਹਿੰਦੂਆਂ ਵੱਲੋਂ ਜੱਸਾ ਸਿੰਘ ਆਹਲੂਵਾਲੀਏ ਨੂੰ ਵਧਾਈਆਂ ਦਿੱਤੀਆਂ ਗਈਆਂ ਵੀ ਤੁਸੀਂ ਜਿਵੇਂ ਪਹਿਲਾਂ ਬਹੁਤ ਵਾਰੀ ਲੜਕੀਆਂ ਛਡਵਾਈਆਂ, ਇਸ ਵਾਰੀ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਲੜਕੀਆਂ ਛਡਵਾ ਕੇ ਲਿਆਂਦੀਆਂ, ਅਸੀਂ ਤੁਹਾਨੂੰ ਵਧਾਈਆਂ ਦਿੰਦੇ ਹਾਂ। ਕਿਸੇ ਸਮੇਂ ਤੁਹਾਡੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਸਨਾਤਨ ਮਤ ਦੇ ਨਾਲ ਸੰਬੰਧ ਰੱਖਣ ਵਾਲੇ 52 ਰਾਜੇ ਰਿਹਾ ਕਰਵਾਏ ਸੀ, ਆਜ਼ਾਦ ਕਰਵਾਏ ਸੀ। ਅੱਜ ਤੁਸੀਂ ਉਸੇ ਹੀ ਇਤਿਹਾਸ ਨੂੰ ਦੁਹਰਾ ਦਿੱਤਾ ਹੈ। ਤੁਹਾਡੇ ਜੀਵਨ ਦੇ ਵਿੱਚ ਕੁਝ ਗੁਰੂ ਵਾਲੇ ਗੁਣ ਹਨ ਜਿਹੜੇ ਉਹ ਝਲਕ ਰਹੇ ਹੈ। ਤੁਹਾਡਾ ਜੀਵਨ ਤੁਹਾਡੇ ਗੁਰੂ ਵਰਗਾ ਹੀ ਹੈ। ਤੁਹਾਡੇ ਗੁਰੂ ਨੇ ਰਾਜੇ ਆਜ਼ਾਦ ਕਰਵਾਏ ਸੀ, ਤੁਸੀਂ ਲੜਕੀਆਂ ਆਜ਼ਾਦ ਕਰਵਾਈਆਂ।
ਤੇ ਉਸ ਸਮੇਂ ਜੇ ਇਹ ਮੁਹਾਵਰੇ ਬਣੇ ਸਨ ਨਾ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਕੱਟਦਾ ਅਸੀਂ ਦੂਣ ਸਵਾਏ ਹੋਏ। ਤੇ ਉਦੋਂ ਇਹ ਮੁਹਾਵਰਾ ਵੀ ਪ੍ਰਚਲਿਤ ਹੋਇਆ ਇੱਥੋਂ ਦੇ ਲੋਕਾਂ ਦੇ ਵਿੱਚ, ਮੋੜੀ ਬਾਬਾ ਡਾਂਗ ਵਾਲਿਆ ਜਾਂ ਮੋੜੀ ਬਾਬਾ ਕੱਸ ਵਾਲਿਆ ਰੰਨ ਵਸਰੇ ਨੂੰ ਗਈ। ਇਹ ਦੋ ਸ਼ਬਦ ਵਰਤੇ ਗਏ, ਡਾਂਗ ਅਤੇ ਕੱਛ। ਕੱਛ ਦਾ ਅਰਥ ਕਸ਼ਹਿਰਾ ਹੈ, ਤੇ ਕਸ਼ਹਿਰਾ ਸਿੱਖਾਂ ਦੇ ਕਕਾਰਾਂ ਦੇ ਵਿੱਚ ਹੈ, ਤੇ ਕਰੈਕਟਰ ਦਾ ਪ੍ਰਤੀਕ ਹੈ, ਉੱਚੇ ਆਚਰਣ ਦਾ ਪ੍ਰਤੀਕ ਹੈ ਕਸ਼ਹਿਰਾ। ਤੇ ਇਹ ਡਾਂਗ ਅਤੇ ਕੱਛ ਸ਼ਬਦ ਇਸੇ ਲਈ ਵਰਤੇ ਗਏ ਹੈ ਵੀ ਕੇਵਲ ਜੇਕਰ ਕੋਈ ਹਮਲਾਵਰ ਲੜਕੀਆਂ ਨੂੰ ਗੁਲਾਮ ਬਣਾ ਕੇ ਹਿੰਦੁਸਤਾਨ ਤੋਂ ਅਫਗਾਨਿਸਤਾਨ ਵੱਲ ਲਿਜਾ ਰਿਹਾ ਤੇ ਜੇਕਰ ਉਹਨਾਂ ਨੂੰ ਆਜ਼ਾਦ ਕਰਵਾ ਸਕਦਾ ਤੇ ਉਹ ਸਿੱਖ ਹੀ ਕਰਵਾ ਸਕਦਾ, ਕਿਉਂਕਿ ਸਿੱਖਾਂ ਦੀ ਡਾਂਗ ਵੀ ਤਕੜੀ ਹੈ, ਹਥਿਆਰ ਤਕੜੇ ਨੇ, ਜਜ਼ਬਾ ਅੰਦਰ ਹੌਸਲਾ ਤੇ ਸਿੱਖਾਂ ਦਾ ਕਿਰਦਾਰ ਵੀ ਬਹੁਤ ਉੱਚਾ ਸੁੱਚਾ ਹੈਗਾ, ਇਹਨਾਂ ਦਾ ਕਸ਼ਹਿਰਾ ਵੀ ਉੱਚਾ ਸੁੱਚਾ ਹੈਗਾ। ਵੀ ਕੋਈ ਇਸ ਤਰ੍ਹਾਂ ਦਾ ਮਨ ਵਿੱਚ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਜੇਕਰ ਸਿੱਖਾਂ ਨੇ ਲੜਕੀਆਂ ਆਜ਼ਾਦ ਕਰਵਾ ਕੇ ਲੈ ਆਂਦੀਆਂ ਤੇ ਜੇ ਉਹ 10 ਦਿਨ ਲੜਕੀ ਸਿੱਖਾਂ ਦੇ ਘਰੇ ਰਹਿ ਜਾਵੇਗੀ, ਉਹਦੀ ਕੋਈ ਇੱਜ਼ਤ ਨੂੰ ਖਤਰਾ ਹੋਵੇਗਾ? ਨਾ, ਕੋਈ ਖਤਰਾ ਨਹੀਂ, ਕਿਉਂਕਿ ਸਿੱਖਾਂ ਦਾ ਕਿਰਦਾਰ ਹੀ ਇੰਨਾ ਤਕੜਾ ਹੈ। ਸਿੱਖ ਹਥਿਆਰ ਦੇ ਤੇ ਕਿਰਦਾਰ ਦੇ ਤਕੜੇ ਸਨ। ਤੇ ਜਦੋਂ ਇਹ 2200 ਲੜਕੀਆਂ ਛਡਵਾ ਕੇ ਲਿਆਂਦੀਆਂ ਨਾ, ਤੇ ਇਹ ਜਿਹੜੇ ਘਰਾਂ ਦੇ ਵਿੱਚੋਂ ਆਈਆਂ ਸਨ ਉਹਨਾਂ ਘਰਾਂ ਦੇ ਵਿੱਚ ਵਾਪਸ ਛੱਡਣ ਗਏ। ਤੇ ਇਹ ਇੱਕ ਮੁਸ਼ਕਲ ਬਣ ਗਈ ਸੀ। ਘਰ ਵਾਲਿਆਂ ਨੇ ਲੜਕੀਆਂ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਵੀ ਅਸੀਂ ਨਹੀਂ ਰੱਖਣੀਆਂ। ਕਿਉਂ ਨਹੀਂ ਰੱਖਣੀਆਂ? ਇਹ ਅਪਵਿੱਤਰ ਹੋ ਗਈਆਂ, ਇਹ ਪਠਾਣਾਂ ਦੀ ਫੌਜ ਵਿੱਚ ਰਹਿ ਕੇ ਆਈਆਂ। ਤੇ ਜੱਸਾ ਸਿੰਘ ਆਹਲੂਵਾਲੀਏ ਨੇ ਇਹ ਗੱਲ ਸਮਝਾਈ ਵੀ ਇਹ ਅਪਵਿੱਤਰਤਾ ਇਹ ਸੁੱਚਮ ਝੂਠ, ਇਹ ਪਖੰਡ ਹੈ। ਜੇ ਇਹ ਲੜਕੀਆਂ ਆਪਣੇ ਆਪ ਗਈਆਂ ਹੁੰਦੀਆਂ ਤਾਂ ਅਸੀਂ ਵੀ ਛਡਵਾ ਕੇ ਨਹੀਂ ਸੀ ਲਿਆਉਣੀਆਂ। ਪਰ ਅਸਲ ਦੇ ਵਿੱਚ ਇਹਨਾਂ ਨੂੰ ਤਾਂ ਧੱਕੇ ਦੇ ਨਾਲ ਲਿਜਾਇਆ ਗਿਆ। ਤੇ ਕਮਾਲ ਦੀ ਗੱਲ ਹੈ ਵੀ ਇਹ ਆਖਰ ਆਪਣੇ ਵਾਪਸ ਘਰੇ ਆਉਣੀਆਂ ਚਾਹੁੰਦੀਆਂ ਹਨ, ਆਪਣੇ ਮਾਪਿਆਂ ਦੇ ਕੋਲ, ਪਰ ਤੁਸੀਂ ਮਾਤਾ ਪਿਤਾ ਹੋਣ ਦੇ ਬਾਵਜੂਦ ਇਹਨਾਂ ਨੂੰ ਘਰੇ ਰੱਖਣ ਦੇ ਲਈ ਤਿਆਰ ਨਹੀਂ। ਇਹ ਅਪਵਿੱਤਰ ਹੋ ਗਈਆਂ। ਜੇ ਤੁਹਾਨੂੰ ਇੰਨਾ ਹੀ ਡਰ ਸੀ ਵੀ ਇਹ ਅਪਵਿੱਤਰ ਹੋ ਜਾਣਗੀਆਂ, ਫਿਰ ਤੁਸੀਂ ਇਹਨਾਂ ਦੀ ਰੱਖਿਆ ਕਰਦੇ। ਜਿਸ ਤਰ੍ਹਾਂ ਹੁਣ ਤੁਸੀਂ ਵਿਰੋਧ ਕਰ ਰਹੇ ਹੋ ਵੀ ਅਸੀਂ ਘਰੇ ਨਹੀਂ ਰੱਖਣੀਆਂ, ਜਦੋਂ ਇਹਨਾਂ ਨੂੰ ਕੋਈ ਲਿਜਾ ਰਿਹਾ ਸੀ ਉਦੋਂ ਅਗਲੇ ਦਾ ਵੀ ਵਿਰੋਧ ਕਰਦੇ ਵੀ ਅਸੀਂ ਲਿਜਾਣ ਨਹੀਂ ਦੇਣੀਆਂ। ਜੱਸਾ ਸਿੰਘ ਆਹਲੂਵਾਲੀਏ ਨੇ ਜਾਂ ਹੋਰ ਸਿੱਖਾਂ ਨੇ ਜ਼ਬਰਦਸਤੀ ਘਰਾਂ ਦੇ ਵਿੱਚ ਲੜਕੀਆਂ ਛੱਡ ਕੇ ਆਂਦੀਆਂ, ਘਰਾਂ ਵਾਲੇ ਰੱਖਣ ਲਈ ਤਿਆਰ ਨਹੀਂ ਵੀ ਇਹ ਅਪਵਿੱਤਰ ਹੋ ਗਈਆਂ। ਸੋ ਇਹ ਜਿਹੜੀ ਘਟਨਾ ਹੈ ਇਹ 1761 ਈਸਵੀ ਦੀ ਹੈ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਇਹ ਹਮਲਾ ਕੀਤਾ ਜਨਵਰੀ 1761 ਈਸਵੀ ਦੇ ਵਿੱਚ। ਤੇ ਇਸੇ ਸਮੇਂ ਦੇ ਦੌਰਾਨ ਕੁਝ ਹੋਰ ਘਟਨਾਵਾਂ ਘਟਦੀਆਂ ਛੋਟੀਆਂ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਬਾਕੀ ਆਪਾਂ ਇਤਿਹਾਸ ਨੂੰ ਕੱਲ੍ਹ ਨੂੰ ਵਿਚਾਰਾਂਗੇ। ਇਨ੍ਹਾਂ ਹੀ ਦਿਨਾਂ ਦੇ ਵਿੱਚ ਇੱਕ ਜਰਨੈਲ ਹੈ ਜੈਨ ਖਾਨ। ਇਹ ਜੈਨ ਖਾਨ ਦੇ ਨਾਲ ਵੀ ਸਿੱਖਾਂ ਦੀ ਜੰਗ ਹੁੰਦੀ ਹੈ ਚਨਾਬ ਦਰਿਆ ਦੇ ਕਿਨਾਰੇ ਤੇ ਇਹ ਇੱਥੋਂ ਦੌੜ ਕੇ ਸਿਆਲਕੋਟ ਦੇ ਕਿਲੇ ਦੇ ਵਿੱਚ ਲੁਕ ਜਾਂਦਾ ਹੈ, ਛੁਪ ਜਾਂਦਾ ਹੈ। ਆਖਰ ਸਿੱਖ ਹਨ ਜੋ ਸਿਆਲਕੋਟ ਦੇ ਕਿਲੇ ਨੂੰ ਘੇਰਾ ਪਾ ਲੈਂਦੇ ਹੈ। ਇਹ ਜੈਨ ਖਾਨ ਉਸ ਕਿਲੇ ਦੇ ਵਿੱਚੋਂ ਰਾਤ ਨੂੰ ਭਿਖਾਰੀ ਬਣ ਕੇ ਦੌੜ ਜਾਂਦਾ ਹੈ। ਭਿਖਾਰੀ ਦਾ ਰੂਪ ਧਾਰਨ ਕਰਕੇ ਭੁਲੇਖਾ ਦੇ ਕੇ ਇਹ ਰਾਤ ਦੇ ਹਨੇਰੇ ਵਿੱਚ ਉਸ ਕਿਲੇ ਦੇ ਵਿੱਚੋਂ ਦੌੜ ਜਾਂਦਾ ਹੈ। ਤੇ ਇਹਦੀ ਫੌਜ ਨੂੰ ਸਿੱਖ ਹੈ ਜਿਹੜੇ ਉਹ ਗੁਲਾਮ ਬਣਾ ਲੈਂਦੇ ਹੈ। ਪਰ ਸਿੱਖਾਂ ਵੱਲੋਂ ਉਹ ਜਿਹੜੇ ਸਿਪਾਹੀ ਹੈ ਨਾ ਗੁਲਾਮ ਬਣਾਏ ਗਏ ਆ, ਉਹਨਾਂ ਤੇ ਕੋਈ ਤਸੱਦਦ ਨਹੀਂ ਕੀਤਾ ਜਾਂਦਾ। ਸਿੱਖ ਉਹਨਾਂ ਨੂੰ ਕਹਿੰਦੇ ਹੈ
ਵੀ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ, ਕੋਈ ਈਰਖਾ ਨਹੀਂ। ਅਸਲ ਦੇ ਵਿੱਚ ਅਸੀਂ ਜੈਨ ਖਾਨ ਨੂੰ ਗ੍ਰਿਫਤਾਰ ਕਰਨਾ ਸੀ, ਉਸੇ ਨੂੰ ਸਜ਼ਾ ਦਿੰਦੇ, ਕਿਉਂਕਿ ਉਸੇ ਨੇ ਹੀ ਜ਼ੁਲਮ ਕੀਤੇ ਹੈ। ਤੇ ਸਾਡਾ ਇਹ ਅਕੀਦਾ ਹੈ ਵੀ ਜਦੋਂ ਤੱਕ ਕੋਈ ਇੱਥੇ ਜ਼ਾਲਮ ਜ਼ੁਲਮ ਕਰੇਗਾ ਅਸੀਂ ਉਹਦਾ ਵਿਰੋਧ ਕਰਾਂਗੇ, ਉਹਦੇ ਨਾਲ ਜੰਗ ਕਰਾਂਗੇ। ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ। ਜਿੰਨੀ ਫੌਜ ਗੁਲਾਮ ਬਣਾਈ ਹੁੰਦੀ ਹੈ ਸਾਰਿਆਂ ਨੂੰ ਆਜ਼ਾਦ ਕਰ ਦਿੰਦੇ ਆ ਵੀ ਤੁਸੀਂ ਜਾ ਸਕਦੇ ਹੋ, ਤੁਹਾਡੇ ਨਾਲ ਸਾਡਾ ਕੀ ਰੌਲਾ ਹੈ। ਜੈਨ ਖਾਨ ਨੂੰ ਗ੍ਰਿਫਤਾਰ ਕਰਨਾ ਸੀ, ਉਹ ਦੌੜ ਗਏ ਹੈ। ਇਹ ਵੀ ਬਾ ਕਮਾਲ ਦੀ ਘਟਨਾ ਹੈ। ਤੇ ਨਹੀਂ ਤਾਂ ਵਿਰੋਧੀ ਫੌਜ ਦਾ ਜਦੋਂ ਕੋਈ ਫੌਜੀ ਹੱਥ ਲੱਗ ਜਾਂਦਾ ਉਹਦੇ ਨਾਲ ਬਹੁਤ ਬੁਰੀ ਕੀਤੀ ਜਾਂਦੀ ਹੈ, ਬਹੁਤ ਤਸੱਦਦ ਕੀਤਾ ਜਾਂਦਾ ਅੱਜ ਦੇ ਸਮੇਂ ਦੇ ਵਿੱਚ ਵੀ। ਪਰ ਸਾਰੀ ਹੀ ਫੌਜ ਨੂੰ ਆਜ਼ਾਦ ਕਰ ਦਿੱਤਾ ਜਾਂਦਾ ਹੈ। ਦੂਸਰੀ ਘਟਨਾ ਹੈ, ਇੱਕ ਜਵੈਦ ਖਾਨ ਨਾਮ ਦਾ ਜਰਨੈਲ ਹੈ, ਇਹਦੇ ਨਾਲ ਵੀ ਸਿੱਖਾਂ ਦੀ ਜੰਗ ਹੁੰਦੀ ਹੈ ਇਸੇ ਹੀ ਸਾਲ। ਇਹ ਵੀ ਦੌੜ ਕੇ ਸਿੱਖਾਂ ਤੋਂ ਡਰਦਾ ਹੋਇਆ ਲਾਹੌਰ ਦੇ ਕਿਲੇ ਵਿੱਚ ਲੁਕ ਜਾਂਦਾ ਹੈ। ਲਾਹੌਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹੈ। ਪੁਰਾਣੇ ਸਮੇਂ ਦੇ ਵਿੱਚ ਵੇਖਣਾ ਅੱਜ ਵੀ ਕਈ ਸ਼ਹਿਰ ਇਹੋ ਜਿਹੇ ਹੈ ਜਿੱਥੇ 4-4 ਦਰਵਾਜ਼ੇ ਬਣੇ ਹੋਏ ਹੈ। ਪੰਜਾਬ ਦੇ ਵਿੱਚ ਇੱਕ ਗਿੱਦੜਵਾਹਾ ਸ਼ਹਿਰ ਹੈਗਾ, ਉੱਥੇ ਅੱਜ ਵੀ 4 ਦਰਵਾਜ਼ੇ ਆ ਉਸ ਸ਼ਹਿਰ ਦੇ। ਹੋਰ ਵੀ ਬਹੁਤ ਜਗ੍ਹਾ ਨੇ ਜਿੱਥੇ ਦਰਵਾਜ਼ੇ ਬਣੇ ਹੋਏ ਆ, ਵੀ ਸਾਰਾ ਸ਼ਹਿਰ ਬੰਦ ਹੋ ਜਾਂਦਾ ਸੀ ਉਹ ਦਰਵਾਜ਼ੇ ਬੰਦ ਕਰਨ ਦੇ ਨਾਲ। ਇਹ ਜਵੈਦ ਖਾਨ ਲੁਕ ਗਿਆ ਕਿਲੇ ਦੇ ਅੰਦਰ ਤੇ ਨੇ ਸ਼ਹਿਰ ਦੇ 4 ਦਰਵਾਜ਼ੇ ਬੰਦ ਕਰ ਦਿੱਤੇ ਵੀ ਸਿੱਖ ਫੌਜਾਂ ਅੰਦਰ ਨਾ ਆ ਸਕਣ। ਆਖਰ ਸਿੱਖ ਹੈ ਜਿਹੜੇ ਉਹ ਸ਼ਹਿਰ ਨੂੰ ਘੇਰਾ ਪਾ ਕੇ ਬੈਠ ਗਏ। ਕੁਝ ਸਮਾਂ ਘੇਰਾ ਪਾ ਕੇ ਬੈਠੇ ਰਹੇ, ਜਵੈਦ ਖਾਨ ਨੂੰ ਖਤਮ ਕਰਨਾ। ਜਿਹੜੇ ਲਾਹੌਰ ਸ਼ਹਿਰ ਦੇ ਨਿਵਾਸੀ ਹੈ ਨਾ, ਸਿਆਣੇ ਲੋਕ ਹੈ, ਉਹਨਾਂ ਨੇ ਦਰਵਾਜ਼ੇ ਖੋਲ੍ਹ ਦਿੱਤੇ, ਕਿਉਂਕਿ ਉਹਨਾਂ ਨੂੰ ਸਿੱਖਾਂ ਦੇ ਉੱਪਰ ਯਕੀਨ ਹੈ ਵੀ ਜੇ ਉਹ ਜਵੈਦ ਖਾਨ ਦੇ ਪਿੱਛੇ ਆਏ ਉਹ ਜਵੈਦ ਖਾਨ ਨੂੰ ਹੀ ਖਤਮ ਕਰਨਗੇ, ਬਾਕੀ ਸ਼ਹਿਰ ਦਾ ਨੁਕਸਾਨ ਨਹੀਂ ਕਰਨਗੇ। ਵੀ ਕੋਈ ਅੱਗਾਂ ਲਾ ਦੇਣਗੇ ਜਾਂ ਕਿਸੇ ਆਮ ਬੰਦੇ ਦਾ ਕਤਲ ਕਰ ਦੇਣਗੇ ਜਾਂ ਦੁਕਾਨਾਂ ਲੁੱਟ, ਨਾ, ਬਿਲਕੁਲ ਨਹੀਂ, ਕੋਈ ਲੁੱਟ ਖਸੁੱਟ ਨਹੀਂ ਕਰਨਗੇ। ਲਾਹੌਰ ਨਿਵਾਸੀ ਦਰਵਾਜ਼ੇ ਖੋਲ੍ਹ ਦਿੰਦੇ ਹੈ। ਫੌਜ ਹੈ ਜਿਹੜੀ ਸਿੱਖ ਫੌਜ ਲਾਹੌਰ ਦੇ ਵਿੱਚ ਐਂਟਰ ਹੁੰਦੀ ਹੈ ਤੇ ਇੱਥੇ ਜਵੈਦ ਖਾਨ ਹੈ ਜਿਹੜਾ ਉਹ ਮਾਰਿਆ ਜਾਂਦਾ ਹੈ। ਇਹ ਘਟਨਾ ਵੀ 1761 ਈਸਵੀ ਦੀ ਹੈ ਤੇ ਸਿੱਖਾਂ ਦਾ ਲਾਹੌਰ ਦੇ ਉੱਪਰ ਪੂਰਨ ਤੌਰ ਤੇ ਕਬਜ਼ਾ ਹੁੰਦਾ ਹੈ ਇਸ ਜੰਗ ਤੋਂ ਬਾਅਦ। ਤੇ 700 ਸਾਲ ਬਾਅਦ ਜੇਕਰ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਲਾਹੌਰ ਤੇ ਕਬਜ਼ਾ ਕੀਤਾ ਤੇ ਉਹ ਸਿੱਖ ਹਨ, ਤੇ ਨਹੀਂ ਅੱਜ ਤੱਕ ਲਾਹੌਰ ਪਿਛਲੇਰੇ 7 ਸਾਲਾਂ ਤੋਂ ਜਿਹੜੇ ਬਾਹਰੋਂ ਹਮਲਾਵਰ ਆਉਂਦੇ ਰਹੇ ਆ ਉਹਨਾਂ ਦੀ ਹੀ ਗੁਲਾਮ ਰਹੀ ਹੈ ਇਹ ਲਾਹੌਰ ਦੀ ਧਰਤੀ, ਇਹ ਲਾਹੌਰ ਸ਼ਹਿਰ। ਇੱਥੇ ਗੌਰੀ ਆਇਆ, ਉਹਨੇ ਕਿੰਨਾ ਸਮਾਂ ਕਬਜ਼ਾ ਕਰਕੇ ਰੱਖਿਆ ਲਾਹੌਰ ਦੇ ਉੱਪਰ, ਉਹਦੀ ਹਕੂਮਤ ਚੱਲਦੀ ਰਹੀ। ਤੁਗਲਕ ਆਏ, ਫਿਰ ਜੋ ਕਿ ਮੁਗਲ ਆਏ, ਗੁਲਾਮ ਆਏ, ਇਹ ਸਾਰੇ ਹੀ ਵਾਰੀ-ਵਾਰੀ ਆਉਂਦੇ ਰਹੇ ਤੇ ਇਹਨਾਂ ਦਾ ਕਬਜ਼ਾ ਰਿਹਾ ਲਾਹੌਰ ਦੇ ਉੱਪਰ 700 ਸਾਲ ਲਗਾਤਾਰ। ਤੇ ਜੇਕਰ ਪੰਜਾਬ ਦੇ ਲੋਕਾਂ ਨੇ ਅੱਜ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਤੇ ਉਹ ਸਿੱਖਾਂ ਨੇ ਕੀਤਾ। ਅੱਜ ਤੋਂ ਬਾਅਦ ਜੋ ਲਾਹੌਰ ਹੈ ਉਹ ਸਿੱਖਾਂ ਦੇ ਅਧੀਨ ਹੈ, ਸਿੱਖਾਂ ਦਾ ਇੱਥੇ ਕਬਜ਼ਾ ਹੋ ਗਿਆ। ਇਨ੍ਹਾਂ ਹੀ ਦਿਨਾਂ ਦੇ ਵਿੱਚ ਇੱਕ ਸਰਬੱਤ ਖਾਲਸਾ ਕੀਤਾ ਜਾਂਦਾ ਹੈ। ਸਰਬੱਤ ਖਾਲਸੇ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ, ਸਿਰਫ ਇੱਕੋ ਹੀ ਫੈਸਲਾ ਲਿਆ ਜਾਂਦਾ ਹੈ ਵੀ ਜਿਹੜੇ ਲੋਕ ਗਦਾਰ ਹਨ ਉਹਨਾਂ ਨੂੰ ਖਤਮ ਕੀਤਾ ਜਾਵੇ। ਤੇ ਉਸ ਸਮੇਂ ਜੋ ਗਦਾਰ ਹਨ, ਇੱਕ ਅਕਲਦਾਸ, ਇੱਕ ਰਾਮਾ ਰੰਧਾਵਾ, ਇਹ ਭਾਈ ਹਿੰਦਾਲ ਦੀ ਕੁਲ ਵਿੱਚੋਂ ਹਨ। ਅਕਲਦਾਸ ਬਹੁਤ ਵੱਡਾ ਗਦਾਰ ਹੈ। ਤੇ ਇੱਕ ਹਰਭਗਤ ਨਿਰੰਜਨੀਆ, ਇਹ ਉਹੀ ਹਰਭਗਤ ਨਿਰੰਜਨੀਆ ਜਿਸ ਨੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਵਾਇਆ ਜ਼ਕਰੀਆ ਖਾਨ ਨੂੰ ਕਹਿ ਕੇ। ਇਹ ਜੋ ਹਿੱਟ ਲਿਸਟ ਤੇ ਹਨ ਵੀ ਇਹਨਾਂ ਨੂੰ ਖਤਮ ਕੀਤਾ ਜਾਵੇ, ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਆਖਰ ਅਕਲਦਾਸ ਹੈ ਜਿਹੜਾ ਉਹ ਅੰਮ੍ਰਿਤਸਰ ਦੇ ਨੇੜੇ ਪਿੰਡ ਹੈ ਜੰਡਿਆਲਾ, ਉੱਥੋਂ ਦਾ ਰਹਿਣ ਵਾਲਾ ਹੈ।
ਸਿੱਖ ਇਹ ਸਰਬੱਤ ਖਾਲਸਾ ਕਰਕੇ, ਇਹ ਮਤਾ ਪਾਸ ਕਰਕੇ ਇਸ ਜੰਡਿਆਲੇ ਦੇ ਵਿੱਚ ਘੇਰਾ ਪਾ ਲੈਂਦੇ ਆ ਅਕਲਦਾਸ ਨੂੰ। ਅਕਲਦਾਸ ਇੱਥੋਂ ਦਾ ਰਹਿਣ ਵਾਲਾ, ਇਹਨੂੰ ਘੇਰਾ ਪਾਇਆ ਜਾਂਦਾ, ਇਹਨੂੰ ਖਤਮ ਕਰਨਾ। ਅਕਲਦਾਸ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਦਾ ਵੀ ਮੈਨੂੰ ਘੇਰਾ ਪਾ ਕੇ ਬੈਠੇ ਹੋਏ ਐ, ਮੈਨੂੰ ਖਤਮ ਕਰ ਦੇਣਗੇ। ਇੱਕ ਮੈਂ ਇਹ ਵੀ ਬੇਨਤੀ ਕਰ ਦੇਵਾਂ, 1761 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਚਲਿਆ ਗਿਆ ਰਾਜਪੂਤਾਂ ਨੂੰ ਖਤਮ ਕਰਕੇ, ਬਹੁਤ ਵੱਡਾ ਨੁਕਸਾਨ ਕਰਕੇ। ਇਹਨੇ ਜਾਣਸਾਰ ਇਹ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਵੀ ਜਿਹੜਾ ਹੁਣ ਅਗਲਾ ਹਮਲਾ ਹੋਵੇਗਾ ਉਹ ਸਿੱਖਾਂ ਨੂੰ ਖਤਮ ਕਰਨਾ ਹੈ। ਰਾਜਪੂਤ ਖਤਮ ਹੋ ਗਏ ਹੈ, ਕੇਵਲ ਇੱਕੋ ਤਾਕਤ ਹੈ ਜਿਹੜੀ ਮੇਰਾ ਮੁਕਾਬਲਾ ਕਰ ਸਕਦੀ ਹੈ, ਉਹ ਸਿੱਖ ਹੈ। ਤੇ ਇਸ ਵਾਰੀ ਉਹ ਤਿਆਰੀ ਕਰਕੇ ਆ ਰਿਹਾ ਹੈ। 1762 ਈਸਵੀ ਦੇ ਵਿੱਚ ਫੁੱਲ ਤਿਆਰੀ ਕੀਤੀ ਹੋਈ ਹੈ। ਉਹਨੇ ਆ ਕੇ ਸਿਰਫ ਸਿੱਖਾਂ ਦੇ ਨਾਲ ਜੰਗ ਕਰਨੀ ਹੈ, ਹਮਲਾ ਕਰਨਾ ਹੈ, ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਉਹ ਉੱਥੋਂ ਤੁਰਿਆ ਹੋਇਆ 1762 ਈਸਵੀ ਨੂੰ, ਤੇ ਰੋਹਤਾਸ ਦੇ ਕਿਲੇ ਕੋਲ ਪਹੁੰਚਿਆ ਹੋਇਆ ਹੈ। ਇੱਧਰ ਸਿੱਖਾਂ ਨੇ ਉਸ ਸਮੇਂ ਜੰਡਿਆਲੇ ਨੂੰ ਘੇਰਾ ਪਾਇਆ ਹੋਇਆ, ਤੇ ਉਹ ਰੋਹਤਾਸ ਕੋਲੇ ਪਹੁੰਚ ਗਏ ਆ। ਉੱਥੇ ਉਸ ਨੂੰ ਸੁਨੇਹਾ ਮਿਲਦਾ ਅਕਲਦਾਸ ਦਾ ਵੀ ਸਿੱਖ ਹੈ ਜਿਹੜੇ ਉਹ ਮੈਨੂੰ ਘੇਰਾ ਪਾ ਕੇ ਬੈਠੇ ਆ, ਇਸ ਕਰਕੇ ਤੂੰ ਸਿੱਧਾ ਜੰਡਿਆਲੇ ਆਉਣਾ, ਹੋਰ ਪਾਸੇ ਨਹੀਂ ਜਾਣਾ, ਕਿਉਂਕਿ ਸਿੱਖ ਇੱਥੇ ਹੀ ਹਨ। ਤੇ ਰੋਹਤਾਸ ਦਾ ਕਿਲਾ ਹੈ ਜਿਹੜਾ, ਉਹਦਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਬਹੁਤ ਜ਼ਿਆਦਾ ਸੰਬੰਧ ਹੈ। ਅੱਗੇ ਇਸ ਕਿਲੇ ਦਾ ਨਾਮ ਕਈ ਵਾਰੀ ਆਵੇਗਾ ਜਦੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਵਿਚਾਰਾਂਗੇ। ਸੋ ਜਦੋਂ ਉਸ ਨੂੰ ਸੁਨੇਹਾ ਮਿਲਦਾ ਅਕਲਦਾਸ ਦਾ, ਉਹ ਰੋਹਤਾਸ ਤੋਂ ਉਸਨੇ ਆਪਣੇ ਚਾਲੇ ਪਾ ਦਿੱਤੇ ਹੈ, ਸਿੱਖਾਂ ਨੂੰ ਖਤਮ ਕਰਨ ਦੇ ਲਈ ਜੰਡਿਆਲੇ ਵੱਲ ਆ ਰਹੇ ਹੈ। ਇਹ ਜੋ ਹਮਲਾ ਹੈ ਨਾ, ਇਹਨੂੰ ਸਿੱਖ ਇਤਿਹਾਸ ਦੇ ਵਿੱਚ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਇਸ ਦੇ ਬਾਰੇ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਇਸ ਹਮਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਸਿੱਖਾਂ ਦਾ ਨੁਕਸਾਨ ਹੋਣਾ ਹੈਗਾ। ਸੋ ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।